ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਾਸ ਮੁਲਾਕਾਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਖਾਸ ਮੁਲਾਕਾਤ ਵਿੱਚ ਗੱਲ ਕਰਾਂਗੇ ਆਪਰੇਸ਼ਨ ਬਲੂ ਸਟਾਰ ਬਾਰੇ। ਲਗਭਗ 36 ਸਾਲ ਹੋ ਚੁੱਕੇ ਹਨ। ਜਦੋਂ ਜੂਨ ਮਹੀਨਾ ਆਉਂਦਾ ਹੈ ਉਦੋਂ ਸਿੱਖਾਂ ਦੇ ਜਿਹੜੇ ਜ਼ਖਮ ਨੇ ਹਰੇ ਹੋ ਜਾਂਦੇ ਹਨ, ਕਿਉਂਕਿ ਇੰਦਰਾ ਗਾਂਧੀ ਦੇ ਸਮੇਂ ਦੀ ਸਰਕਾਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਜੋ ਅਟੈਕ ਕੀਤੇ ਗਏ ਸਨ, ਉਹਨਾਂ ਨੂੰ ਯਾਦ ਕਰਕੇ ਜੋ ਜ਼ਖਮ ਮੁੜ ਤੋਂ ਹਰੇ ਹੋ ਜਾਂਦੇ ਹਨ। ਅੱਜ ਅਸੀਂ ਇਸ ਸੰਬੰਧ ਵਿੱਚ ਗੱਲ ਕਰਾਂਗੇ ਸਰਦਾਰ ਤਰਲੋਚਨ ਸਿੰਘ ਜੀ ਨਾਲ, ਜੋ ਰਾਜ ਸਭਾ ਮੈਂਬਰ ਵੀ ਰਹੇ ਹਨ ਅਤੇ ਭਾਰਤ ਸਰਕਾਰ ਵੱਲੋਂ ਵੱਖ-ਵੱਖ ਅਹੁਦਿਆਂ 'ਤੇ ਵੀ ਬਿਰਾਜਮਾਨ ਰਹੇ ਹਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤਰਲੋਚਨ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਸਟੂਡੀਓ 'ਚ ਆਉਣ ਦਾ। ਅੱਜ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੋ ਸਾਕਾ ਬਲੂ ਸਟਾਰ ਹੋਇਆ ਸੀਗਾ, ਉਸ ਬਾਰੇ ਗੱਲ ਕਰਾਂਗੇ। ਤੁਸੀਂ ਇਸ ਨੂੰ ਬੜੀ ਨਜ਼ਦੀਕੀ ਨਾਲ ਦੇਖਿਆ ਹੈ ਅਤੇ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਜਿਹੜੀ ਇੰਟਰਨੈਸ਼ਨਲ ਚੈਨਲ ਹੈ, ਜਿਹਦੀ ਅੱਜ ਹਰ ਪਾਸੇ ਦੁਨੀਆ 'ਚ ਕਦਰ ਹੈ ਕਿ ਤੁਸੀਂ ਇੰਨਾ ਵੱਡਾ ਕਮਿਊਨੀਕੇਸ਼ਨ ਸੈਂਟਰ ਬਣਾਤਾ ਹੈ, ਤੁਹਾਡਾ ਮੈਂ ਧੰਨਵਾਦ ਕਰਦਾ। ਅੱਜ ਸਾਨੂੰ ਲੋੜ ਵੀ ਇਹ ਹੈ ਕਿਉਂਕਿ ਸਿੱਖ ਦੁਨੀਆ 'ਚ ਹਰ ਮੁਲਕ ਜਾ ਚੁੱਕਾ, ਉਹਨੂੰ ਕਮਿਊਨੀਕੇਸ਼ਨ ਚਾਹੀਦਾ। ਸੋ ਚੜ੍ਹਦੀ ਕਲਾ ਉਹ ਡਿਊਟੀ ਦੇ ਰਿਹਾ। ਵਾਹਿਗੁਰੂ ਕਰੇ ਤੁਹਾਡਾ ਇਹ ਵਧੇ। ਜਦੋਂ ਵੀ ਅਸੀਂ ਇਹ ਦਿਨ ਨੇੜੇ ਆਉਂਦਾ 6-7 ਜੂਨ ਦਾ, ਸਾਰੀ ਦੁਨੀਆ 'ਚ ਵਸਦਾ ਸਿੱਖ ਇਹ ਸੋਚਦਾ ਵੀ ਕੀ ਹੋ ਗਿਆ, ਇੰਨਾ ਜ਼ੁਲਮ ਕਿਉਂ ਹੋਇਆ, ਕਿਉਂ ਅਸੀਂ ਆਪਣਾ ਅਕਾਲ ਤਖਤ ਗਿਆ, ਇੰਨੇ ਹਜ਼ਾਰਾਂ ਲੋਕ ਮਰੇ, ਕਿਤਨਾ ਕੁਛ ਹੋਇਆ। ਸੋ ਮੈਂ ਅੱਜ ਜੋ ਤੁਸੀਂ ਸਵਾਲ ਕੀਤਾ ਹੈ, ਮੈਂ ਇਹ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਹੁਣ ਇੰਨਾ ਟਾਈਮ ਲੰਘਿਆ, ਇਸ 'ਤੇ ਜੋ ਲੋਕਾਂ ਨੇ ਰਿਸਰਚ ਕੀਤੀ ਉਹ ਪੰਜਾਬ ਦੇ ਆਪ ਨਹੀਂ ਕਰਾਈ, ਬਾਹਰਲਿਆਂ ਨੇ ਕੁਝ ਕੀਤੀ ਹੈ। ਉਸ ਮੁਤਾਬਕ ਇਹ ਲੱਗਿਆ ਕਿ ਇੰਦਰਾ ਗਾਂਧੀ ਨੇ ਪੋਲੀਟੀਕਲ ਡਿਜ਼ਾਈਨ ਵਿੱਚ ਇਹ ਸੋਚ ਸਮਝ ਕੇ ਕਿ ਮੈਂ ਸਿੱਖਾਂ ਦਾ ਇਸ਼ੂ ਬਣਾ ਕੇ ਇੱਕ ਐਸੀ ਲੋਕਾਂ ਦੇ ਸਾਹਮਣੇ ਹਾਲਾਤ ਭਰਾਂ ਕਿ ਸਿੱਖ ਜਿਹੜਾ ਉਹ ਵੱਖਵਾਦੀ ਹੈ, ਸਿੱਖ ਹਿੰਦੁਸਤਾਨ 'ਚੋਂ ਟੁਕੜੇ ਕਰਨਾ ਚਾਹੁੰਦਾ, ਇਹ ਪਾਕਿਸਤਾਨ ਨਾਲ ਮਿਲਿਆ ਹੈ। ਔਰ ਇਸ ਦਾ ਇੱਕ ਐਸਾ ਮਾਹੌਲ ਬਣੇ ਕਿ ਜਿਹੜੀ ਵੋਟਾਂ, ਮੈਂ ਦੇਖੋ ਯਾਦ ਰੱਖਿਓ ਇਹ ਵਾਕਿਆ ਜੂਨ 84 ਦਾ, ਇਲੈਕਸ਼ਨ ਹੋਣੀ ਸੀ ਦਸੰਬਰ 84। ਇਹ ਇੱਕ ਲੋਕਾਂ ਨੂੰ ਪਤਾ ਨਹੀਂ ਕਿ ਇੰਦਰਾ ਗਾਂਧੀ ਜਦੋਂ ਪਹਿਲਾਂ ਹਾਰੀ, ਜਨਤਾ ਰਾਜ ਜਦੋਂ ਆਇਆ ਤਾਂ ਉਹ ਸਾਰਾ ਨਾਰਥ ਇੰਡੀਆ ਹਾਰ ਗਈ, ਸਾਊਥ ਇੰਡੀਆ ਜਿੱਤੀ, ਕਰਨਾਟਕ, ਆਂਧਰਾ, ਕੇਰਲ। ਅਤੇ ਲੇਕਿਨ ਜਦੋਂ ਉਹ ਦੁਬਾਰਾ ਬਣ ਗਈ, 80 'ਚ ਬਣੀ ਉਹ ਪ੍ਰਾਈਮ ਮਿਨਿਸਟਰ, ਅਤੇ ਲੇਕਿਨ ਉਦੋਂ 82 'ਚ ਇਲੈਕਸ਼ਨਾਂ ਹੋਈਆਂ ਇੰਡੀਆ 'ਚ, ਅਤੇ ਉਹ ਜਿਹੜੀਆਂ ਅਸੈਂਬਲੀਆਂ ਸਨ ਸਾਊਥ ਦੀਆਂ, ਉੱਥੇ ਕਾਂਗਰਸ ਹਾਰ ਗਈ। ਇਹ ਬਹੁਤ ਵੱਡੀ ਗੱਲ ਜੇ ਕਿ ਕਰਨਾਟਕ ਔਰ ਆਂਧਰਾ 'ਚ ਹੈਗਡੇ ਆ ਗਿਆ, NTR ਆ ਗਿਆ, ਉਹ ਲੋਕ ਆ ਗਏ। ਅਤੇ ਇੰਦਰਾ ਨੂੰ ਇਹ ਹੋਇਆ ਕਿ ਜਿਹੜਾ ਸਾਊਥ, ਜਿਹੜਾ ਮੇਰਾ ਘਰ ਹੈ, ਉਹ ਮੇਰੇ ਤੋਂ ਗਿਆ, ਸਿਰਫ ਨਾਰਥ ਇੰਡੀਆ ਰਹਿ ਗਿਆ। ਸੋ ਨਾਰਥ ਇੰਡੀਆ ਇੱਕ ਬੜੀ ਗੱਲ ਸਮਝੀਏ ਕਿ ਇਹ ਟੋਟਲ ਜਿਹੜਾ ਹਿੰਦੀ ਬੈਲਟ ਹੈ, ਸੋ ਉਸ ਨੂੰ ਹਿੰਦੀ ਬੈਲਟ 'ਚ ਵੋਟ ਲੋੜ ਸੀ। ਇਹ ਬੜਾ ਸੈਂਟੀਮੈਂਟਲ ਹੈ। ਤੁਸੀਂ ਹੁਣ ਪਿਛਲੀ ਇਲੈਕਸ਼ਨ 'ਚ ਦੇਖਿਆ ਕਿ ਕਿਵੇਂ ਲੋਕਾਂ ਨੇ ਵੋਟਾਂ ਪਾਈਆਂ, ਪੋਲੀਟੀਕਲ ਪਾਰਟੀਆਂ ਨੇ ਕੀ ਸਲੋਗਨ ਦਿੱਤੇ। ਸੋ ਇੰਦਰਾ ਗਾਂਧੀ ਨੇ ਉਸ ਵਕਤ ਇੱਕ ਐਸਾ ਮੁੱਦਾ ਉਹਨੂੰ ਮਿਲੀ ਗਿਆ। ਮੁੱਦਾ ਕੀ ਮਿਲ ਗਿਆ? ਅਨੰਦਪੁਰ ਦਾ ਮਤਾ। ਅਨੰਦਪੁਰ ਸਾਹਿਬ ਮਤਾ ਅਸੀਂ ਕੀਤਾ ਤੇ 72 'ਚ ਹੈ, ਲੇਕਿਨ ਇਹਦੀ ਪਬਲਿਸਿਟੀ ਆ ਕੇ ਸ਼ੁਰੂ ਹੋਈ 80-82 'ਚ। ਪਹਿਲਾਂ ਚੁੱਪ ਰਹੇ। ਉਸ ਨਾਲ ਹੀ ਸਿੱਖ ਜਿਹੜਾ ਹੈ ਉਹ ਅਨੰਦਪੁਰ ਆਪਣਾ ਕਹੀ ਗਿਆ, ਪ੍ਰਚਾਰ ਕਰੀ ਗਿਆ। ਔਰ ਉਹ ਆਸਤਾ ਭਾਰਤ ਸਰਕਾਰ ਨੇ, ਤੁਸੀਂ ਆਪ ਮੀਡੀਆ ਵਾਲੇ ਹੋ, ਚੜ੍ਹਦੀ ਕਲਾ ਵਾਲੇ, ਇੰਟਰਨੈਸ਼ਨਲ ਲੈਵਲ ਦੇ ਹੋ, ਕਿ ਸਾਰਾ ਮੀਡੀਆ ਉਹਨਾਂ ਨੇ ਐਸਾ ਮਾਹੌਲ ਕਰ ਲਿਆ ਕਿ ਸਿੱਖ ਜਿਹੜਾ ਹੈ ਇਸ ਵੇਲੇ ਟੋਟਲ ਵੱਖ-ਵੱਖ ਜਾ ਰਿਹਾ। ਜਦੋਂ ਉਹਨੇ ਇਹ ਕੰਮ ਸ਼ੁਰੂ ਕੀਤਾ, ਉਦੋਂ ਸਾਡੇ ਲੀਡਰਾਂ ਨੇ, ਮੈਂ ਸਮਝਦਾ, ਉਹਦੀ ਮਦਦ ਕੀਤੀ। ਐਸੇ ਮਾਹੌਲ ਬਣਦਾ ਗਿਆ ਕਿ ਉਹਨੂੰ ਪ੍ਰੋਪੇਗੈਂਡਾ ਕਰਨ ਦਾ ਮਾਹੌਲ ਬਣਿਆ। ਤਾਂ ਮੈਂ ਇਹ ਸਮਝਦਾ ਕਿ ਉਹਨੇ ਮੀਟਿੰਗਾਂ ਵੀ ਸ਼ੁਰੂ ਕਰਤੀਆਂ, ਬੜੀਆਂ ਮੀਟਿੰਗਾਂ ਹੋਈਆਂ ਲੀਡਰਾਂ ਨਾਲ। ਸੰਤ ਲੌਂਗੋਵਾਲ ਉਦੋਂ ਪ੍ਰਧਾਨ ਸੀ ਅਕਾਲੀ ਦਲ ਦੇ, ਔਰ ਉਹਨਾਂ ਮੀਟਿੰਗਾਂ 'ਚੋਂ ਰਿਜ਼ਲਟ ਕਦੇ ਨਿਕਲਦਾ ਨਹੀਂ ਸੀ। ਕਿਉਂ? ਕਿ ਉਹ ਚਾਹੁੰਦੀ ਨਹੀਂ ਸੀ ਕਿ ਰਿਜ਼ਲਟ ਨਿਕਲੇ। ਇੱਥੋਂ ਤੱਕ ਤੁਸੀਂ ਬੜੇ ਆਪ ਸਿਆਣੇ ਹੋ ਕਿ ਸਰ ਸਵਰਨ ਸਿੰਘ ਨੂੰ ਪਾਇਆ ਗਿਆ। ਸਰ ਸਵਰਨ ਸਿੰਘ ਨੇ ਸੁਲ੍ਹਾ ਕਰਾਤੀ, ਸ਼ਾਮ ਨੂੰ ਉਹ ਮੁੱਕਰ ਗਏ। ਇੰਦਰਾ ਜੀ ਨੇ ਕਹਿ ਦਿੱਤਾ ਉਹਨੂੰ ਕਿ ਜੀ ਇਹ ਤਾਂ ਮੈਂ ਵਾਪਸ ਲੈਂਦੀ। ਸੋ ਮੈਂ ਇਹ ਜੋ ਸਮਝਿਆ ਹੁਣ ਤੱਕ ਕਿ ਜਦੋਂ ਅਸੀਂ ਜੋ ਫੈਸਲੇ ਅਕਾਲੀ ਦਲ ਕਰੇ ਜਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਰੇ, ਉਹਦੀ ਪਬਲਿਸਿਟੀ ਨੈਗੇਟਿਵ ਹੁੰਦੀ ਸੀ। ਨੈਗੇਟਿਵ ਪਬਲਿਸਿਟੀ ਦਾ ਐਡਵਾਂਟੇਜ ਗੌਰਮੈਂਟ ਨੂੰ ਜਾਂਦਾ ਸੀ, ਕਾਂਗਰਸ ਨੂੰ ਜਾਂਦਾ ਸੀ। ਉਹ ਹਾਲਾਤ ਬਣਦੇ ਗਏ ਔਰ ਐਸੇ ਬਣੇ ਕਿ ਅਸੀਂ ਉਹਨੂੰ ਪਿੱਛੇ ਨਾ ਹਟ ਸਕੇ।
ਕਿਉਂਕਿ ਜੋ ਸੰਤਾਂ ਨੇ ਸਟੈਂਡ ਲਿਆ ਉਹ ਹੋਰ ਅੱਗੇ ਵਧਦੇ ਗਏ। ਜੀ ਅਕਾਲੀ ਦਲ ਔਰ ਸੰਤਾਂ ਦੀ ਆਪਣੇ 'ਚ ਕੋਈ ਕੋਆਰਡੀਨੇਸ਼ਨ ਨਹੀਂ ਸੀ, ਤਾਲਮੇਲ ਦੀ ਕਮੀ ਦੀ। ਤਾਲਮੇਲ ਕੀ ਸੀ, ਇਹ ਸੀ ਕਿ ਕੌਣ ਵੱਡਾ ਹੈ। ਇੱਕ ਲੀਡਰਸ਼ਿਪ ਦੀ ਵੀ ਲੜਾਈ ਸੀ, ਜੀ ਕਿਉਂਕਿ ਲੌਂਗੋਵਾਲ ਸੰਤ ਜਰਨੈਲ ਸਿੰਘ ਦੀ ਕੋਈ ਕੋਆਰਡੀਨੇਸ਼ਨ ਨਹੀਂ ਸੀ, ਜੀ ਕੋਈ ਉਹਨਾਂ ਦੀ ਆਪਸ ਵਿੱਚ ਮੇਲ ਮਿਲਾਪ ਨਹੀਂ ਸੀ। ਤੋ ਇਸ ਕਰਕੇ ਉਹ ਬੜਾ ਗੈਪ ਪੈ ਗਿਆ ਤੇ ਪਬਲਿਸਿਟੀ ਚਲੀ ਅਸਮਾਨ ਤੇ। ਸੋ ਜਦੋਂ ਅਟੈਕ ਹੋਇਆ, ਬਹੁਤ ਵੱਡਾ ਜਿਹੜਾ ਦੁਖਦਾਈ ਹੈ ਘਟਨਾ, ਉਸ ਦਾ ਨੁਕਸਾਨ ਸਾਨੂੰ ਹੋਇਆ। ਅਕਾਲ ਤਖਤ ਸਾਹਿਬ ਡਿੱਗਿਆ, ਸੈਂਕੜੇ ਸਿੱਖ ਅੰਦਰ ਮਾਰੇ ਗਏ, ਜੀ ਸਾਰੇ ਪੰਜਾਬ ਦੇ ਪਿੰਡਾਂ 'ਚ ਜ਼ੁਲਮ ਹੋਏ। ਲੇਕਿਨ ਹੈਰਾਨਗੀ ਇਹ ਹੈ ਕਿ ਇੰਡੀਅਨ ਮੀਡੀਆ ਨੇ ਉਸ ਵਕਤ ਸਾਡੀ ਕੋਈ ਮਦਦ ਨਹੀਂ ਕੀਤੀ। ਸਾਡੀ ਮਦਦ ਕਿਹਨੇ ਕੀਤੀ? ਫਾਰਨ ਮੀਡੀਆ ਨੇ। ਜੀ ਫਾਰਨ ਮੀਡੀਆ ਨੂੰ ਖਬਰਾਂ ਕਿਹਨੇ ਪਹੁੰਚਾਈਆਂ? ਸਰ ਖੁਸ਼ਵੰਤ ਸਿੰਘ ਨੇ। ਸਰ ਖੁਸ਼ਵੰਤ ਸਿੰਘ ਇੰਡੀਆ ਦਾ ਟਾਪ ਜਰਨਲਿਸਟ ਹੈ, ਉਹਨੇ ਆਪਣੇ ਘਰ ਪ੍ਰੈਸ ਕਾਨਫਰੰਸ ਕੀਤੀ, ਉਹਦੀ ਖਬਰਾਂ ਬਾਹਰ ਗਈਆਂ। ਉਹਦੇ ਨਾਲ ਕੀ ਹੋਇਆ ਕਿ ਬੜੀ ਬਦਨਾਮੀ ਭਾਰਤ ਸਰਕਾਰ ਦੀ ਵਿਦੇਸ਼ਾਂ 'ਚ ਹੋਈ। ਜੀ ਸੋ ਉਹ ਵਿਦੇਸ਼ਾਂ ਦੀ ਜਿਹੜੀ ਹੋਈ, ਉਸ ਤੋਂ ਫਿਰ ਗੌਰਮੈਂਟ ਘਬਰਾਈ, ਕਿਉਂਕਿ ਸਿੱਖਾਂ ਦੀ ਜਿਹੜੀ ਕਦਰ ਹੈ ਲੋਕਾਂ 'ਚ ਉਹ ਬੜੀ ਹੈ ਬਾਹਰ ਵਿਦੇਸ਼ਾਂ। ਉਹਨਾਂ ਨੇ ਫਿਰ ਦੇਖਿਆ ਵੀ ਇਹ ਸਿੱਖਾਂ 'ਤੇ ਜ਼ੁਲਮ ਹੋਇਆ। ਸੋ ਮੈਂ ਇਹ ਸਮਝਦਾ ਕਿ ਜਿਹੜੀ ਘਟਨਾ ਹੈ, ਇਹਦਾ ਨੁਕਸਾਨ ਤਾਂ ਸਾਨੂੰ ਬਹੁਤ ਹੋਇਆ, ਪਰ ਪੋਲੀਟੀਕਲ ਐਡਵਾਂਟੇਜ ਪ੍ਰਾਈਮ ਮਿਨਿਸਟਰ ਲੈ ਰਹੀ ਸੀ ਤੇ ਉਹ ਸਮਝ ਗਈ ਕਿ ਮੈਂ ਇਹਦਾ ਜੋ ਪੋਲੀਟੀਕਲ ਗੇਨ ਹੈ ਉਹ ਮੰਗ ਇਲੈਕਟੋਰੇਟ ਵੋਟਾਂ ਪੱਕੀਆਂ ਹੋਈਆਂ। ਵੋਟ ਦੀ ਰਾਜਨੀਤੀ ਸੀ, ਯਾਨੀ ਕਿ ਵੋਟ ਰਾਜਨੀਤੀ ਦਾ ਇਹ ਸਾਰਾ ਕ੍ਰਿਸ਼ਮਾ ਸੀ। ਇਹ ਕਿੰਨੇ ਦਿਨ ਜਿਹੜਾ ਹਮਲਾ ਹੁੰਦਾ ਰਿਹਾ ਦਰਬਾਰ ਸਾਹਿਬ ਤੇ, ਕਿੰਨੀ ਤਰੀਕ ਨੂੰ ਸ਼ੁਰੂ ਹੋਇਆ ਤੇ ਕਿੰਨੀ ਤਰੀਕ ਇਹ ਖਤਮ ਦੇਖੋ, ਹੋਇਆ? ਇਹ ਹਮਲੇ ਦੀ ਪਲਾਨ ਤੇ ਕੁਝ 15-20 ਦਿਨ ਪਹਿਲਾਂ ਬਣ ਗਈ ਸੀ। ਪ੍ਰੀ ਪਲਾਨ। ਇਹ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ। ਜੀ ਰਾਸ਼ਟਰਪਤੀ ਗਿਆਨੀ ਜ਼ੈਲ ਸੀ, ਜੀ ਉਹਨੂੰ ਕਹਿੰਦੇ ਤੇ ਹਨ ਜੀ ਉਹ ਕਮਾਂਡਰ ਹੈ ਫੌਜ ਦਾ, ਪਰ ਉਹਨੂੰ ਪਤਾ ਹੀ ਨਹੀਂ, ਜੀ ਕਿਸੇ ਨੂੰ ਦੱਸਿਆ ਨਹੀਂ। ਕੇਵਲ ਸੁੰਦਰ ਜੀ ਜਿਹੜੇ ਕਿ ਵੈਸਟਰਨ ਕਮਾਂਡ ਦੇ ਜਰਨੈਲ ਸੀ, ਉਹ ਤੇ ਪ੍ਰਾਈਮ ਮਿਨਿਸਟਰ ਨੂੰ ਪਤਾ ਸੀ ਕਿ ਇਹਨਾਂ ਨੇ ਸਾਰੀ ਆਪਣੀ ਆਰਗੇਨਾਈਜ਼ ਕਰ ਰੱਖੀ ਸੀ। ਔਰ ਉਹ ਜਦੋਂ ਹਮਲਾ ਹੁੰਦਾ ਹੈ 6 ਨੂੰ, ਉਸ ਤੋਂ 3-4 ਦਿਨ ਪਹਿਲਾਂ ਆਰਮੀ ਅੰਮ੍ਰਿਤਸਰ ਨੂੰ ਘੇਰ ਲੈਂਦੀ ਹੈ। ਔਰ ਉਹਦੇ 'ਚ ਸਭ ਤੋਂ ਵੱਡਾ ਉਹਨਾਂ ਨੇ ਜਿਹੜਾ ਕੀਤਾ ਪਹਿਲਾਂ ਕੰਮ, ਜੀ ਕਿ ਸਾਡਾ ਡੀਸੀ ਹੁੰਦਾ ਸੀ ਗੁਰਦੇਵ ਸਿੰਘ ਅੰਮ੍ਰਿਤਸਰ, ਅੰਮ੍ਰਿਤਸਰ। ਉਹਨੇ ਅਸਤੀਫਾ ਦਿੱਤਾ ਕਿ ਮੈਂ ਨਹੀਂ ਰਹਿਣਾ। ਉਹਨੇ ਮੈਨੂੰ ਦੱਸਿਆ ਕਿ ਫੌਜ ਆ ਗਈ, ਮੈਂ ਗਿਆਨੀ ਜੀ ਨੂੰ ਦੱਸਿਆ। ਇੱਧਰੋਂ ਗਿਆਨੀ ਜੀ ਨੂੰ ਜੋ ਇਤਲਾਹ ਸੀ ਕਿ ਨਹੀਂ ਨਹੀਂ ਫੌਜ ਭਾਵੇਂ ਡਰਾਉਣ ਨੂੰ ਜਾ ਰਹੀ ਹੈ, ਜੀ ਕਿ ਸੰਤ ਜੀ ਬਾਹਰ ਆ ਜਾਣ, ਅਸੀਂ ਕੋਈ ਅਟੈਕ ਨਹੀਂ ਕਰਨਾ। ਇਹ ਹੀ ਸਾਰਿਆਂ ਨੂੰ ਇੰਪ੍ਰੈਸ਼ਨ ਸੀ ਕਿ ਅਟੈਕ ਨਹੀਂ ਹੋਏਗਾ, ਪਰ ਅਲਟੀਮੇਟ ਅਟੈਕ ਹੋ ਗਿਆ। ਅਟੈਕ ਹੋਣ ਤੋਂ ਬਾਅਦ ਉਹ ਸਾਰਾ ਤੁਹਾਨੂੰ ਡਿਟੇਲ ਪਤਾ ਹੈ ਕਿ ਬੜੀ ਤਕੜੀ ਜੰਗ ਹੋਈ, ਫੌਜੀ ਵੀ 100 ਦੇ ਕਰੀਬ ਮਰਿਆ, ਲੇਕਿਨ ਅਲਟੀਮੇਟ ਸੰਤ ਜੀ ਸ਼ਹੀਦ ਹੋਏ। ਸੰਤ ਜੀ ਤੋਂ ਕੀ ਅਜਿਹਾ ਖਤਰਾ ਸੀ ਵੀ ਦਰਬਾਰ ਸਾਹਿਬ ਤੇ ਅਟੈਕ ਕਰਵਾਉਣਾ ਪੈ ਗਿਆ? ਦਰਬਾਰ ਸਾਹਿਬ ਦਾ ਜਿਹੜਾ ਅਟੈਕ ਸੀ ਨਾ, ਅਟੈਕ ਤਾਂ ਸਾਰੇ ਕੰਪਲੈਕਸ 'ਚ ਹੋਇਆ। ਇੱਕ ਵਾਰ ਤੁਹਾਨੂੰ ਇਹ ਦੱਸ ਦਿਆਂ, ਜੀ ਫੌਜ ਐਂਟਰ ਹੁੰਦੀ ਹੈ ਦਰਸ਼ੀਨ ਜੋੜੀਆਂ ਤੋਂ, SGP ਸਾਈਡ ਤੋਂ ਜੀ ਟੈਂਕ ਜਾਂਦਾ। ਪਹਿਲਾ ਟੈਂਕ ਸਾਡੇ ਖੜਕੂ ਸਿੰਘਾਂ ਨੇ ਟੈਂਕ ਮਾਰ ਲਿਆ, ਫਿਰ ਵੱਡੇ ਹੋਰ ਟੈਂਕ ਆ ਗਏ, ਉਹਨਾਂ ਟੈਂਕ ਦੀ ਗੋਲਾਬਾਰੀ ਅਕਾਲ ਤਖਤ ਕੀਤੀ, ਪਰ ਦਰਬਾਰ ਸਾਹਿਬ 'ਤੇ ਵੀ ਇੱਕ ਅੰਦਰ ਰਾਗੀ ਸਿੰਘ ਸ਼ਹੀਦ ਹੋਇਆ। ਜੀ ਗੁਰੂ ਮਹਾਰਾਜ ਜੀ ਦੀ ਗੋਲੀ ਲੱਗੀ, ਬੜੇ ਸਾਰੇ ਪਾਸੇ ਨਿਸ਼ਾਨ ਪਏ। ਜੀ ਅਕਾਲ ਤਖਤ 'ਤੇ ਅਟੈਕ ਕਰਕੇ ਉਹਨਾਂ ਨੇ ਆਲਮੋਸਟ ਅਕਾਲ ਤਖਤ ਢਹਿ ਗਿਆ। ਜੀ ਸੋ ਇਹ ਜਿਹੜੀ ਦੁਖਦਾਈ ਘਟਨਾ, ਜਿੰਨੇ ਅੰਦਰ ਉਹ ਕਿਉਂ ਸ਼ਹੀਦੀ ਦਿਨ ਸੀ ਗੁਰੂ ਅਰਜਨ ਪਾਤਸ਼ਾਹ ਦਾ, ਬੜੀ ਸੰਗਤ ਆਈ ਸੀ, ਉਹ ਅੰਦਰ ਹੀ ਫਸ ਗਈ। ਕਿੰਨੀ ਕੁ ਸੰਗਤ ਅੰਦਰ ਸੀ ਉਸ ਸਮੇਂ? ਕੋਈ ਅੰਦਾਜ਼ਾ ਨਹੀਂ, ਲੇਕਿਨ ਇਹ ਕਈ ਹਜ਼ਾਰਾਂ 'ਚ ਲੋਕ ਉਸ ਦਿਨ ਅੰਮ੍ਰਿਤਸਰ ਸੀਗੇ। ਸਰਾਂ ਵਿੱਚ ਰਾਤੋਂ ਕਿ ਉਹ ਰਾਤ ਦਾ ਵਾਕਿਆ, ਬਹੁਤੇ ਲੋਕ ਸਰਾਵਾਂ 'ਚ ਸੀਗੇ। ਉਹ ਸਰਾਵਾਂ 'ਚ ਅਟੈਕ ਕੀਤਾ, ਸਰਾਵਾਂ 'ਚ ਬੜੇ ਮਰੇ। ਇੱਕ ਤਾਂ ਜੱਥੇ ਆਏ ਸੀ, ਕਿਉਂਕਿ ਮੋਰਚਾ ਲੱਗਿਆ ਸੀ, ਉਹ ਵੀ ਜੱਥੇ ਆਏ, ਸੰਗਰੂਰ ਦਾ ਜੱਥਾ ਗਿਆ ਸੀ, ਪਟਿਆਲੇ ਦਾ, ਉਹ ਸਾਰੇ ਮਾਰੇ ਗਏ ਅੰਦਰ। ਸੋ ਕਾਫੀ ਹਜ਼ਾਰ ਤੋਂ ਵੱਧ ਮੇਰਾ ਖਿਆਲ ਉਸ ਦਿਨ ਸਿੱਖ ਅੰਦਰ ਸ਼ਹੀਦ ਹੋਏ। ਤਲੋਚਨ ਸਿੰਘ ਜੀ, ਮਾਈ ਕੰਟਰੀ ਮਾਈ ਲਾਈਫ ਕਿਤਾਬ ਜਿਹੜੀ ਅਡਵਾਨੀ ਜੀ ਨੇ ਲਿਖੀ ਸੀ, ਉਹਦੇ 'ਚ ਉਹਨਾਂ ਨੇ ਸਪਸ਼ਟ ਤੌਰ 'ਤੇ ਕਿਹਾ ਸੀ ਕਿ ਇੰਦਰਾ ਗਾਂਧੀ ਨੂੰ ਮੈਂ ਉਕਸਾਇਆ ਸੀ ਵੀ ਦਰਬਾਰ ਸਾਹਿਬ 'ਤੇ ਹਮਲੇ ਲਈ। ਅਕਾਲੀ ਲੀਡਰਸ਼ਿਪ ਉਸ ਵਕਤ ਫੇਲ ਹੋਈ। ਮੈਂ ਤਾਂ ਸਮਝਦਾ ਕਿ ਉਹ ਆਪਣਾ ਵਿਊ ਪੁਆਇੰਟ ਪ੍ਰੋਜੈਕਟ ਨਹੀਂ ਕਰ ਪਾਏ। ਓਕੇ। ਕੋਈ ਪੋਲੀਟੀਕਲ ਪਾਰਟੀ ਇੰਡੀਆ ਦੀ ਸਾਡੇ ਨਾਲ ਨਹੀਂ ਖੜੀ ਹੋਈ। ਜੀ ਇਹ ਬੜੀ ਵੱਡੀ ਗੱਲ ਹੈ। ਔਰ ਗੌਰਮੈਂਟ ਸਕਸੀਡ ਕਰ ਗਈ ਕਿ ਇਹ ਜੋ ਹੋ ਰਿਹਾ ਹੈ ਇਹ ਪਾਕਿਸਤਾਨ ਕਰਵਾ ਰਿਹਾ, ਅਸੀਂ ਹਿੰਦੁਸਤਾਨ ਦੇ ਟੁਕੜੇ ਕਰਨਾ ਚਾਹੁੰਦੇ। ਸੋ ਇਹ ਜਦੋਂ ਗੱਲ ਫੈਲੀ, ਜਿਵੇਂ ਤੁਸੀਂ ਹੁਣ ਕਿਹਾ ਕਿਤਾਬ 'ਚ ਉਹਨਾਂ ਦਾ ਆਇਆ, ਸੋ ਇਹ ਨੈਚੁਰਲ ਇੰਪ੍ਰੈਸ਼ਨ ਇੰਡੀਆ 'ਚ ਜਿਹੜਾ ਗਿਆ, ਉਹ ਇਹ ਹੋਇਆ ਕਿ ਉਹ ਮਜਬੂਰ ਹੋ ਕੇ ਹਮਲਾ ਕਰ ਰਹੀ। ਸੋ ਗੌਰਮੈਂਟ ਪਬਲਿਸਿਟੀ ਜ਼ਿਆਦਾ ਇਫੈਕਟਿਵ ਹੋਈ।
ਸਾਡੀ ਪਬਲਿਸਿਟੀ ਸਾਨੂੰ ਕੋਈ ਐਡਵਾਂਟੇਜ ਨਾ ਦੇ ਸਕੇ। ਐਸੀ ਕੀ ਮਜਬੂਰੀ ਬਣ ਗਈ ਸੀ ਮੇਰੇ ਕਹਿਣ ਦਾ ਮਤਲਬ ਵੀ ਇੰਦਰਾ ਗਾਂਧੀ ਦੇਸ਼ ਨੂੰ ਚਲਾ ਰਹੀ ਸੀ, ਦੇਸ਼ ਦੀ ਪ੍ਰਧਾਨ ਮੰਤਰੀ ਸੀ, ਐਸਾ ਕੀ ਉਹਨਾਂ ਨੂੰ ਅਡਵਾਨੀ ਵੱਲੋਂ ਉਕਸਾਇਆ ਗਿਆ ਵੀ ਉਹਨਾਂ ਨੂੰ ਹਮਲਾ ਕਰਨ ਤੇ ਮਜਬੂਰ ਹੋਣਾ ਪਿਆ? ਜਿਹੜਾ ਮੀਡੀਆ ਹੈ ਜੀ ਉਹ ਲੋਕਾਂ ਦੀ ਓਪੀਨੀਅਨ ਬਣਾਉਂਦਾ। ਜੀ ਜੀ ਗੌਰਮੈਂਟ ਮੀਡੀਆ ਵੱਲ ਪੂਰਾ ਧਿਆਨ ਦੇ ਕੇ ਓਪੀਨੀਅਨ ਸਾਡੇ ਖਿਲਾਫ ਆ ਰਹੀ। ਜੀ ਐਂਟੀ ਸਿੱਖ ਜਿਹੜਾ ਇਹ ਮੂਵਮੈਂਟ ਹੈ ਇਹਦੀ ਇੱਕ ਓਪੀਨੀਅਨ ਬਣਾਤੀ ਮੀਡੀਆ ਨੇ। ਔਰ ਹੈਰਾਨਗੀ ਇਹ ਹੋਈ ਕਿ ਵੱਡੇ ਵੱਡੇ ਅਖਬਾਰ ਇੰਡੀਆ ਦੇ ਇਹ ਸਾਰੇ ਹੈਡਿੰਗ ਲਗਾ ਰਹੇ ਸੀ, ਕਦੇ ਪਾਕਿਸਤਾਨ ਦਾ ਆ ਗਿਆ, ਕਦੇ ਅੰਦਰ ਬਰੂਦ ਜਾ ਰਿਹਾ, ਅੰਦਰ ਇਹ ਹੋ ਰਿਹਾ। ਸੋ ਇੱਕ ਮਾਹੌਲ ਜਿਹੜਾ ਬਣਿਆ ਉਹ ਸਾਡੇ ਖਿਲਾਫ ਸੀ। ਤਰਲੋਚਨ ਸਿੰਘ ਜੀ, ਵੀ ਕੋਈ ਐਸਾ ਵਿਚੋਲਗੀ ਨਹੀਂ ਬਣੀ ਜਿਨ੍ਹਾਂ ਵੀ ਲਿਖਾ ਪੜੀ ਨਾਲ ਸਮਝੌਤੇ ਹੋ ਜਾਣ, ਇਸ ਅਟੈਕ ਦੀ ਲੋੜ ਨਾ ਪਵੇ, ਕੁਝ ਇਸ ਤਰ੍ਹਾਂ ਦੀ ਵਿਉਂਤਬੰਦੀ ਨਹੀਂ, ਮੈਂ ਉਹੀ ਕਹਿਣਾ ਕਿ ਮੀਟਿੰਗਾਂ ਬੜੀਆਂ ਹੋਈਆਂ, ਮੀਟਿੰਗਾਂ ਵਿੱਚ ਸੰਤ ਲੌਂਗੋਵਾਲ ਵੀ ਜਾਂਦੇ ਰਹੇ, ਬਾਦਲ ਸਾਹਿਬ ਗਏ, ਟੌੜਾ ਸਾਹਿਬ ਗਏ, ਸਾਹਿਬ ਬਲਵੰਤ ਸਿੰਘ ਗਏ, ਰਵਿੰਦਰ ਸਿੰਘ ਗਏ, ਇਹ ਬੜੀਆਂ ਮੀਟਿੰਗਾਂ ਹੋਈਆਂ, ਕੋਈ ਰਿਜ਼ਲਟ ਨਹੀਂ ਨਿਕਲਿਆ। ਅਖੀਰ ਸਰ ਸਵਰਨ ਸਿੰਘ ਨਹੀਂ ਮਿਲੇ। ਸੋ ਕੋਈ ਜਦੋਂ ਮਨ ਨਹੀਂ ਸੀ ਪ੍ਰਾਈਮ ਮਿਨਿਸਟਰ ਦਾ ਕਿਸੇ ਪਾਸੋਂ ਸੁਲ੍ਹਾ ਦਾ, ਤਾਂ ਮੀਟਿੰਗਾਂ ਦਾ ਕੋਈ ਫਾਇਦਾ ਨਹੀਂ ਹੋਇਆ। ਬਲਕਿ ਜੋ ਕੁਝ ਸਿੱਖ ਚਾਹੁੰਦੇ ਸੀ ਉਹ ਸੁਲ੍ਹਾ ਚਾਹੁੰਦੇ ਸੀ। ਅਕਾਲੀ ਲੀਡਰਸ਼ਿਪ ਅਖੀਰ ਤੱਕ ਲੱਗੀ ਰਹੀ ਵੀ ਕੋਈ ਵੇ ਆਊਟ ਲੱਭੇ, ਨਹੀਂ ਨਿਕਲਿਆ। ਇੱਥੋਂ ਤੱਕ ਹੋਰ ਸੁਣੋ, ਮੈਂ ਤੁਹਾਨੂੰ ਅੱਜ ਐਡ ਕਰਨਾ ਚਾਹੁੰਦਾ ਕਿ ਜਦੋਂ ਹਮਲਾ ਹੋ ਚੁੱਕਾ, ਹਮਲੇ ਤੋਂ ਬਾਅਦ ਮੈਂ ਰਾਸ਼ਟਰਪਤੀ ਭਵਨ ਸੀ, ਮੇਰੇ ਖਿਲਾਫ ਇਹ ਕਿਹਾ ਗਿਆ ਕਿ ਜੀ ਮੈਂ ਜਦੋਂ ਦਰਬਾਰ ਸਾਹਿਬ ਗਿਆ, ਗਿਆਨੀ ਜੀ ਨਾਲ ਆ ਕੇ ਮੈਂ ਸਾਰੀਆਂ ਖਬਰਾਂ ਲੋਕਾਂ ਨੂੰ ਦੱਸੀਆਂ, ਖੁਸ਼ਵੰਤ ਸਿੰਘ ਨੂੰ, ਪ੍ਰੇਮ ਸਾਰੀ ਪ੍ਰੈਸ ਨੂੰ ਜੋ ਕੁਝ ਗਿਆ ਐਂਟੀ ਗੌਰਮੈਂਟ ਉਹ ਮੈਂ ਦਿੱਤਾ। ਸੋ ਮੈਂ ਛੁੱਟੀ ਚਲਾ ਗਿਆ। ਉਸ ਤੋਂ ਬਾਅਦ ਫਿਰ ਇੱਕ ਸੁਲ੍ਹਾ ਦੀ ਕੋਸ਼ਿਸ਼ ਹੋਈ, ਕੀ ਕੀਤਾ ਜਾਏ। ਪ੍ਰਾਈਮ ਮਿਨਿਸਟਰ ਨੇ ਜਥੇਦਾਰ ਅਕਾਲ ਤਖਤ ਤੇ ਬਾਕੀ ਜਥੇਦਾਰਾਂ ਨਾਲ 17 ਜੂਨ ਨੂੰ ਇੱਕ ਸੁਲ੍ਹਾਨਾਮਾ ਕਰਨ ਦੀ ਕੋਸ਼ਿਸ਼ ਕੀਤੀ, ਔਰ ਸੁਲ੍ਹਾਨਾਮਾ ਦੀ ਸ਼ਰਤਾਂ ਵੀ ਬਣ ਗਈਆਂ। ਸ਼ਰਤਾਂ ਬਣ ਕੇ ਦਿੱਲੀ ਵੀ ਆ ਗਈਆਂ, ਸ਼ਰਤਾਂ ਮੰਨੀਆਂ ਗਈਆਂ। ਮੰਨਣ ਤੋਂ ਬਾਅਦ ਉਹਦਾ ਐਲਾਨ ਵੀ ਹੋ ਗਿਆ, ਪਰ ਐਲਾਨ ਹੋਣ ਤੋਂ 1 ਘੰਟੇ ਬਾਅਦ ਪ੍ਰਾਈਮ ਮਿਨਿਸਟਰ ਮੁੱਕਰ ਗਏ। ਸੋ ਇੱਥੋਂ ਹੀ ਸੋਚ ਲਓ ਕਿ ਉਹਦਾ ਮਨ ਜਿਹੜਾ ਸੀ ਇਹ ਸੀ ਕਿ ਜੇ ਹੁਣ ਸੁਲ੍ਹਾ ਹੋ ਗਈ ਤਾਂ ਫਿਰ ਵੋਟਾਂ ਕਿੱਥੇ ਜਾਣਗੀਆਂ। ਉਹ ਕਿ ਜਦ ਤੱਕ ਵੋਟਾਂ ਚੱਲਦੀਆਂ ਇਹ ਝਗੜਾ ਪੰਜਾਬ ਦਾ ਚੱਲਦਾ ਰਹੇ। ਹੈਰਾਨ ਹੋਵੋ ਕਿ 7 ਜੂਨ ਦਾ ਵਾਕਿਆ ਤੇ ਅਕਾਲ ਤਖਤ ਔਰ ਦਰਬਾਰ ਸਾਹਿਬ 1 ਅਕਤੂਬਰ ਨੂੰ ਖੁੱਲ੍ਹਿਆ। 3 ਮਹੀਨੇ ਕੋਈ ਪਬਲਿਕ ਅੰਦਰ ਨਹੀਂ ਜਾ ਸਕੀ, ਮੱਥਾ ਟੇਕਣ ਕੋਈ ਨਹੀਂ ਜਾ ਸਕਿਆ। ਸਾਰੇ ਪੰਜਾਬ ਵਿੱਚ ਕਰਫਿਊ ਲੱਗਿਆ, ਪਿੰਡਾਂ 'ਚ ਲੋਕ ਫਫੜ ਕੇ ਮਾਰੇ ਗਏ, ਬਾਕੀ ਸਾਰੇ ਗੁਰਦੁਆਰਿਆਂ 'ਤੇ ਹਮਲੇ ਹੋਏ। ਸੋ ਜਿਹੜਾ ਗੌਰਮੈਂਟ ਦੀ ਹੁਣ ਜੋ ਇਹ ਗੱਲਾਂ ਨਿਕਲ ਰਹੀਆਂ ਕਿ ਮਨ ਇਹ ਸੀ ਕਿ ਸੁਲ੍ਹਾ ਨਾ ਹੋਵੇ ਅਤੇ ਇਲੈਕਸ਼ਨ ਤੱਕ ਇਹ ਲੜਾਈ ਚੱਲਦੀ ਰਹੇ, ਅਸੀਂ ਵੋਟਾਂ ਪਾਈਏ। ਅਸੀਂ ਫਿਰ ਇਹ ਦੇਖੋ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ, ਇਹ ਸਾਰਿਆਂ ਨੂੰ ਪਤਾ ਹੈ। ਜਦੋਂ ਕਤਲ ਹੋਣ ਤੋਂ ਬਾਅਦ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਹੁੰਦਾ, ਉਹ ਇਲੈਕਸ਼ਨ ਕਰਵਾਉਂਦਾ। ਇਲੈਕਸ਼ਨ ਦਸੰਬਰ 'ਚ ਹੋਈ ਨਾ, ਫਿਰ ਉਹਦੇ 'ਚੋਂ ਜਿੰਨੀਆਂ ਸੀਟਾਂ ਉਹ ਲੈ ਗਿਆ, ਅੱਜ ਤੱਕ ਹਿਸਟਰੀ ਇੰਨੀਆਂ ਕਿਸੇ ਪਾਰਟੀ ਨੂੰ ਸੀਟਾਂ ਨਹੀਂ ਮਿਲੀਆਂ। 400 ਤੋਂ ਵੱਧ ਸੀਟਾਂ, ਇਸੇ ਕਰਕੇ ਸੀਟਾਂ ਟਿਕਟ ਵੋਟਾਂ ਲੈ ਕੇ। ਜੋ ਮੈਂ ਕਹਿ ਰਿਹਾ ਉਹਦਾ ਰਿਜ਼ਲਟ ਉਹੀ ਹੋਇਆ ਨਾ, ਜਦੋਂ ਇਲੈਕਸ਼ਨ ਆਈ ਸਾਰਾ ਇੰਡੀਆ ਵੋਟਡ ਫਾਰ ਕਾਂਗਰਸ। ਇੰਦਰਾ ਗਾਂਧੀ ਦੇ ਨੇੜੇ ਕਾਫੀ ਸਿੱਖ ਵੀ ਸਨ ਜੋ ਜਿਨ੍ਹਾਂ ਨੇ ਇਹਦੀ ਹਮਾਇਤ ਵੀ ਕੀਤੀ ਤੇ ਇਹਦੀ ਮੁਖਾਲਫਤ ਵੀ ਕੀਤੀ। ਉਹ ਕਿਹੜੇ ਕਿਹੜੇ ਸਿੱਖ ਸਨ, ਕੁਝ ਉਹਨਾਂ ਦਾ ਵੇਰਵਾ ਦਿਓਗੇ? ਦੇਖੋ, ਕੋਈ ਜਿਹੜਾ ਸਿੱਖ ਪਹਿਲਾਂ ਕਦੇ ਵੀ ਇਸ ਤਰ੍ਹਾਂ ਮੁਖਾਲਫਤ ਇੰਦਰਾ ਗਾਂਧੀ ਦੀ ਨਹੀਂ ਸੀ ਜੋ ਬਲੂ ਸਟਾਰ ਕਰਕੇ। ਪਹਿਲਾਂ ਇਹ ਹੀ ਸੀ ਕਿ ਉਹਨੇ ਪੰਜਾਬੀ ਸੂਬਾ ਦਿੱਤਾ ਸਾਨੂੰ। ਪੰਜਾਬੀ ਸੂਬਾ ਇਹ ਬਣੀ ਪ੍ਰਾਈਮ ਮਿਨਿਸਟਰ 1966 ਜਨਵਰੀ, ਨਵੰਬਰ 66 'ਚ ਪੰਜਾਬੀ ਸੂਬਾ ਬਣਿਆ, ਉਹ ਇਹਨੇ ਦਿੱਤਾ। ਕੋਈ ਬੜੀ ਵੱਡੀ ਉਹਦਾ ਸਿੱਖਾਂ ਨਾਲ ਲਿੰਕ ਹੋ ਗਿਆ, ਸੋ ਇਹ ਬੜੀ ਵੱਡੀ ਗੱਲ ਸੀ। ਫਿਰ ਉਹਦਾ ਪੁੱਤਰ ਸਿੱਖ ਨਾਲ ਵਿਆਹ ਗਿਆ, ਸੰਜੇ ਮੈਨਕਾ ਸਿੱਖ ਹੈ। ਉਸ ਤੋਂ ਬਾਅਦ ਬੰਗਲਾਦੇਸ਼ ਦੀ ਜੰਗ ਹੋਈ, ਉਹ ਜਨਰਲ ਅਰੋੜਾ ਇਹਨੇ ਉੱਪਰ ਰੱਖਿਆ। ਜਨਰਲ ਅਰੋੜੇ ਨੇ ਸਾਰੀ ਵਰਲਡ 'ਚ ਜਿਹੜਾ ਫੋਟੋ ਗਈ ਉਹ ਜਨਰਲ ਅਰੋੜਾ ਸਰੈਂਡਰ ਲੈ ਰਿਹਾ ਪਾਕਿਸਤਾਨੀਆਂ ਦੇ। ਮਤਲਬ ਬੜੀਆਂ ਗੱਲਾਂ ਇਹਨੇ ਜੋ ਕੀਤੀਆਂ ਉਹ ਠੀਕ ਸਨ, ਪਰ ਇਹ ਜਿਹੜੀ ਪੋਲੀਟੀਕਲ ਟਰਨ ਆਈ ਇਹ ਉਹਦੇ ਐਡਵਾਈਜ਼ਰ, ਮੈਂ ਸਮਝਦਾ ਅੱਜ ਤੱਕ ਅਸੀਂ ਇਹ ਲੱਭ ਨਹੀਂ ਸਕੇ ਵੀ ਕਿਹੜੇ ਐਡਵਾਈਜ਼ਰ ਸਨ ਜਿਨ੍ਹਾਂ ਨੇ ਉਹਦਾ ਇਹ ਮਾਈਂਡ ਐਂਟੀ ਸਿੱਖ ਕਰਕੇ ਇਹ ਸਾਰੀ ਗੇਮ ਬਣਾਈ, ਔਰ ਉਸ ਗੇਮ ਨੂੰ ਉਹਨਾਂ ਵਿੱਚ ਨੁਕਸਾਨ ਸਿੱਖਾਂ ਦਾ ਹੋਇਆ ਔਰ ਉਹਨੂੰ ਪੋਲੀਟੀਕਲ ਐਡਵਾਂਟੇਜ ਹੋਇਆ। ਤਰਲੋਚਨ ਸਿੰਘ ਜੀ, ਸੰਤਾਂ ਦੀ ਸ਼ਹੀਦੀ ਨੂੰ ਲੈ ਕੇ ਵੀ ਕਾਫੀ ਲੰਬਾ ਸਮਾਂ ਭੰਬਲਪੁਰ ਸਾਹਿਬ ਆਈ ਰੱਖਿਆ। ਕੋਈ ਕਹਿੰਦੇ ਸਨ ਸੰਤ ਭੱਜ ਗਏ ਹਨ, ਆਤੰਕਵਾਦੀ ਸਨ ਜਾਂ ਕੁਛ ਸਨ, ਇਹਦੇ ਬਾਰੇ ਕੀ ਕਹੋਗੇ? ਸੰਤ ਜੀ ਸ਼ਹੀਦ ਹੋਏ,
ਉਹ ਬਿਲਕੁਲ 100% ਕਨਫਰਮ ਹੋਏ। ਉਹਨਾਂ ਦਾ ਸਾਰਾ ਚੈੱਕਅਪ ਹੋਇਆ, ਜਿਹੜੇ ਅਫਸਰ ਸਨ ਉਹਨਾਂ ਨੇ ਸ਼ਨਾਖਤ ਕੀਤੀ ਔਰ ਉਹਨਾਂ ਦਾ ਸੰਸਕਾਰ ਹੋਇਆ ਸ਼ਹੀਦਾਂ ਦੇ ਗੁਰਦੁਆਰੇ ਦੇ ਕੋਲ। ਉਹ ਐਵੇਂ ਗੱਲਾਂ ਬਾਅਦ ਵਿੱਚ ਚਲਾਈਆਂ ਕਈਆਂ ਜਾਣ ਬੁੱਝ ਕੇ, ਉਹਦਾ ਕੋਈ ਗਲਤ ਬਾਤ ਹੈ। ਸੰਤ ਜੀ ਦੀ ਸ਼ਹਾਦਤ ਅਕਾਲ ਤਖਤ ਤੇ ਹੋਈ। ਲੋਚਨ ਸਿੰਘ ਜੀ, ਕਾਫੀ ਸਮਾਨ ਜੋ ਹਿਸਟੋਰੀਕਲ ਲਾਇਬ੍ਰੇਰੀ ਸਮਾਨ ਸੀਗਾ, ਕਹਿੰਦੇ ਭਾਰਤੀ ਫੌਜਾਂ ਵੱਲੋਂ ਸਮਾਨ ਹੀ ਉੱਥੋਂ ਜਿਹੜਾ ਲਿਜਾਇਆ ਦੇਖੋ ਜੀ, ਲਾਇਬ੍ਰੇਰੀ ਸੜ ਗਈ। ਜੀ ਮੈਂ ਪਾਰਲੀਮੈਂਟ 'ਚ ਸਵਾਲ ਵੀ ਪਾਏ ਬੜੀ ਵਾਰੀ। ਜੀ ਭਾਰਤ ਸਰਕਾਰ ਨੇ ਲਿਖ ਕੇ, ਡਿਫੈਂਸ ਮਿਨਿਸਟਰ ਨੇ ਮੈਨੂੰ ਸਵਾਲ ਦਿੱਤਾ ਜੀ ਕਿ ਨਹੀਂ ਸਾਡੇ ਕੋਲ ਕੁਛ ਨਹੀਂ। ਉਹ ਕਹਿੰਦੇ ਜੋ ਸਾਡੇ ਕੋਲ ਸੀਗਾ ਮੇਰਠ ਪਿਆ ਸੀ ਜੀ ਉਹ ਅਸੀਂ ਦੇ ਦਿੱਤਾ, ਸ਼੍ਰੋਮਣੀ ਕਮੇਟੀ ਲੈ ਗਈ ਹੈ। ਉਹਨਾਂ ਨੇ ਇੱਕ ਚਿੱਠੀ ਵੀ ਮੈਨੂੰ ਦਿਖਾਈ ਕਿ ਸਮਾਨ ਸ਼੍ਰੋਮਣੀ ਕਮੇਟੀ ਲੈ ਗਈ ਹੈ। ਜੀ ਤਾਂ ਮੈਂ ਉਹ ਚਿੱਠੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੂੰ ਭੇਜ ਵੀ ਦਿੱਤੀ ਕਿ ਇਹ ਪਾਰਲੀਮੈਂਟ 'ਚ ਮੈਨੂੰ ਜਵਾਬ ਆਇਆ। ਜੀ ਸੋ ਉਹ ਵਾਲਾ ਮੰਗ ਸਾਡੀ ਹੈ ਹੀ ਹੈ, ਪਰ ਗੌਰਮੈਂਟ ਵੱਲੋਂ ਰਿਟਨ ਰਿਪਲਾਈ ਪਾਰਲੀਮੈਂਟ 'ਚ ਹੈ ਮੇਰੇ ਕੋਲ ਕਿ ਸਾਡੇ ਕੋਲ ਕੋਈ ਸਮਾਨ ਨਹੀਂ। ਤਾਂ ਲੋਚਨ ਸਿੰਘ ਜੀ, ਤੁਸੀਂ ਗਿਆਨੀ ਜੈਲ ਸਿੰਘ ਜੀ ਦੇ ਕਾਫੀ ਨਜ਼ਦੀਕੀ ਵੀ ਰਹੇ ਹੋ ਉਸ ਸਮੇਂ, ਕਿ ਗਿਆਨੀ ਜੈਲ ਸਿੰਘ ਜੀ ਵੱਲੋਂ ਕੋਈ ਅਹਿਮ ਭੂਮਿਕਾ ਨਿਭਾਈ ਨਹੀਂ ਗਈ ਹੋਈ ਜਿਸ ਕਾਰਨ ਇਹ ਹਮਲੇ ਤੇ ਰੋਕ ਲਗਾਈ ਜਾ ਦੇਖੋ, ਸਕੇ? ਗਿਆਨੀ ਜ਼ੈਲ ਸਿੰਘ ਹੈਡ ਨੋ ਰੋਲ। ਓਕੇ ਪ੍ਰਾਈਮ ਮਿਨਿਸਟਰ ਨੇ ਟੋਟਲ ਉਹਨੂੰ ਇਗਨੋਰ ਕਰਤਾ ਸੀ ਜੀ ਵੀ ਉਹ ਬਰਾਏ ਨਾਮ ਰਾਸ਼ਟਰਪਤੀ, ਨਾ ਉਹਨੂੰ ਦੱਸਿਆ ਇਹ ਹਮਲਾ ਕੀ ਹੋਇਆ, ਨਾ ਕੋਈ ਸਲਾਹ ਕੀਤੀ ਹੈ। ਉਸ ਤੋਂ ਬਾਅਦ ਵੀ ਜੇ ਦੱਸਣ ਵੀ ਨਹੀਂ ਆਈ, ਉਲਟਾ ਉਹਨੇ ਅਰੂਣ ਸਿੰਘ ਜੀ ਭੇਜੇ ਸਵੇਰੇ ਉਹਨਾਂ ਨੂੰ ਦੱਸਣ ਲਈ, ਫੋਟੋਆਂ ਦਿਖਾਉਣ ਲਈ, ਉਹਨੇ ਆਪ ਨਹੀਂ ਕੀਤਾ। ਸੋ ਰਾਸ਼ਟਰਪਤੀ ਆਪਣੀ, ਦੇਖੋ ਬੜੀ ਬਦਕਿਸਮਤੀ ਹੈ ਗਿਆਨੀ ਜ਼ੈਲ ਸਿੰਘ, ਬੜਾ ਪੱਕਾ ਸਿੱਖ ਸੀ, ਜੀ ਸਿੱਖੀ ਲਈ ਗੁਰੂ ਗੋਬਿੰਦ ਸਿੰਘ ਮਾਰ ਬੜਾ ਕੁਝ ਕੀਤਾ। ਜੀ ਪਰ ਇਹ ਜਿਹੜਾ 84 ਹੋਇਆ, ਇਹ ਗਿਆਨੀ ਜੀ ਦੀ ਐਸੀ ਇੱਕ ਉਹਨਾਂ ਦੇ ਖਿਲਾਫ ਉਹਨਾਂ ਦੇ ਕੈਰੀਅਰ 'ਚ ਐਡਾ ਵੱਡਾ ਧੱਬਾ ਲੱਗ ਗਿਆ ਜੀ ਕਿ ਉਸ ਤੋਂ ਉਹ ਸੁਰਖਰੂ ਨਹੀਂ ਹੋ ਸਕਿਆ। ਕਿਉਂਕਿ ਬੜੀ ਵੱਡੀ ਗੱਲ ਹੈ ਕਿ ਰਾਸ਼ਟਰਪਤੀ ਹੋਵੇ ਤੇ ਫੌਜ ਹਮਲਾ ਕਰ ਜਾਏ, ਸਿੱਖ ਹੋਵੇ। ਸੋ ਇਹ ਗਿਆਨੀ ਜੀ ਤੋਂ ਜਿਹੜੀ ਹੈ ਨਾ, ਇਹ ਇਲਜ਼ਾਮ ਦੂਰ ਨਹੀਂ ਹੋ ਸਕਿਆ, ਹਾਲਾਂਕਿ ਇਹਨਾਂ 'ਚ ਉਸਦਾ ਕੋਈ ਰੋਲ ਨਹੀਂ। ਤਾਂ ਲੋਚਨ ਜੀ, ਤੁਸੀਂ ਬੜੇ ਸੋਹਣੇ ਤਰੀਕੇ ਨਾਲ ਦੱਸਿਆ ਵੀ ਗਿਆਨੀ ਜੀ ਬੜੀ ਸਿੱਖੀ ਭਾਵਨਾ ਵਾਲੇ ਸਨ, ਸਿੱਖੀ ਸਰੂਪ ਵਾਲੇ ਸਨ, ਕਿ ਅਕਾਲ ਤਖਤ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਕਦੇ ਗਿਆਨੀ ਜੀ ਨੂੰ ਇਸ ਚੀਜ਼ ਦਾ ਪਛਤਾਵਾ ਹੋਇਆ ਹੋਵੇ, ਜਾਂ ਤੁਹਾਡੇ ਨਾਲ ਕਿਸੇ ਵੇਲੇ ਬੈਠ ਦੇਖੋ, ਕੇ, ਗਿਆਨੀ ਜਾਂ ਜ਼ੈਲ ਕਿਸੇ ਸਿੰਘ, ਵੇਲੇ ਤੁਹਾਡੇ ਨਾਲ ਬੈਠ ਕੇ ਇਹਨਾਂ ਪਲਾਂ ਦੀ ਕੋਈ ਸਾਂਝ ਪਾਈ ਹੋਵੇ, ਉਹ ਸਾਡੇ ਦਰਸ਼ਕਾਂ ਨੂੰ ਦੇਖੋ ਦੱਸੋ। ਗੱਲ ਬੜੀ ਇਹ ਹੈ ਕਿ ਲੋਕਾਂ 'ਚ ਇਹ ਉਮੀਦ ਸੀ ਕਿ ਰਾਸ਼ਟਰਪਤੀ ਅਸਤੀਫਾ ਦੇਵੇ, ਜੀ ਉਹ ਨਹੀਂ ਦਿੱਤਾ ਉਹਨਾਂ ਨੇ। ਜੀ ਉਹਦੇ ਕਈ ਰੀਜ਼ਨ ਉਹਨਾਂ ਨੇ ਦੱਸੇ, ਬੋਲੇ ਵੀ। ਸੋ ਪਬਲਿਕ ਤਾਂ ਇਸ ਗੱਲ ਤੇ ਖੁਸ਼ ਨਹੀਂ ਹੋਈ ਕਿਉਂ ਜੀ ਉਹ ਰਾਸ਼ਟਰਪਤੀ ਹੋ। ਲੇਕਿਨ ਉਹਨਾਂ ਨੇ ਜਿਹੜਾ ਆਪਣਾ ਜ਼ਾਤੀ ਪਛਤਾਪ ਹੈ, ਉਹ ਉਹਨਾਂ ਦੀ ਲੜਕੀ ਨੇ ਮੈਨੂੰ ਦੱਸਿਆ ਕਿ ਗਿਆਨੀ ਜੀ ਉਸ ਤੋਂ ਬਾਅਦ ਪਲੰਗ ਤੇ ਨਹੀਂ ਸੁੱਤੇ, ਜੀ ਫਰਸ਼ ਤੇ ਸੌਂਦੇ ਰਹੇ ਕਈ ਮਹੀਨੇ, ਜੀ ਆਪਣੇ ਆਪ ਵਿੱਚ ਪਛਤਾਵਾ। ਸਰਕਾਰੀ ਸਮਾਗਮਾਂ 'ਤੇ ਗਏ ਨਹੀਂ, ਜੀ ਨਾ ਕਰਤੀ ਮੈਂ ਨਹੀਂ ਆਉਣਾ। ਜੀ ਸੋ ਜਿਤਨਾ ਕਿ ਉਹ ਹੋ ਸਕਦਾ ਹੈ ਉਹ ਕੀਤਾ। ਲੇਕਿਨ ਜਿਹੜਾ ਤੁਹਾਡਾ ਇਹ ਇਲਜ਼ਾਮ ਹੈ ਸਿੱਖਾਂ ਦਾ, ਉਹ ਉਹਨਾਂ 'ਤੇ ਕਾਇਮ ਰਿਹਾ। ਪਬਲਿਕ ਨਹੀਂ ਇਸ ਗੱਲ ਨੂੰ ਮੰਨੀ। ਉਹਨਾਂ ਨੂੰ ਇਹ ਟੈਕਨੀਕਲ ਗੱਲ ਕਿ ਜੀ ਇਹ ਪਾਵਰ ਨਹੀਂ ਸੀ, ਇਹ ਨਹੀਂ, ਪਬਲਿਕ ਦੇ ਮਾਈਂਡ 'ਚ ਨਹੀਂ ਆਈ। ਪਬਲਿਕ ਦੇ ਮਾਈਂਡ 'ਚ ਇਹ ਹੈ ਕਿ ਜੀ ਉਹ ਰਾਸ਼ਟਰਪਤੀ ਸਿੱਖ ਹੈ, ਇਹ ਕਿਉਂ ਹੈ। ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਸਾਕਾ ਬਲੂਟਾਰਾ ਬਾਰੇ ਕੀ ਕਹੋਗੇ? ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਦੁਖਦਾਈ ਘਟਨਾ ਸਾਰੀ ਉਮਰ ਸਾਡੇ ਮਨਾਂ 'ਚ ਰਹੇਗੀ। ਅਸੀਂ ਅਬਦਾਲੀ ਨਹੀਂ ਭੁੱਲੇ, ਇਹ ਕਿਵੇਂ ਭੁੱਲ ਜਾਵਾਂਗੇ। ਇਹਦੀ ਅੱਜ ਤੱਕ ਸਰਕਾਰ ਨੇ ਮਾਫੀ ਨਹੀਂ ਮੰਗੀ, ਜੀ ਔਰ ਮਾਫੀਨਾਮਾ ਪਾਰਲੀਮੈਂਟ 'ਚ ਹੁੰਦਾ ਹੈ, ਜੀ ਇਹ ਅੱਜ ਤੱਕ ਨਹੀਂ ਹੋਇਆ। ਇਹ ਬਹੁਤ ਵੱਡੀ ਘਾਟ ਹੈ। ਦੇਖੋ, ਕਾਮਾਗਾਟਾ ਮਾਰੂ ਦਾ ਕੈਨੇਡਾ ਨੇ ਮਾਫੀ ਮੰਗ ਲਈ, ਜੀ ਇਹ ਕੁਈਨ ਜਲਿਆਂਵਾਲਾ ਬਾਗ ਵੀ ਆਈ, ਜੀ ਮੇਰਾ ਮਤਲਬ। ਲੇਕਿਨ ਇਹ ਅੱਜ ਤੱਕ ਭਾਰਤ ਸਰਕਾਰ ਮਾਫੀਨਾਮਾ ਅਫੀਸ਼ੀਅਲ ਮੰਗੇ, ਇਹਦਾ ਵੀ ਤੇ ਜਿਹੜਾ ਦਿੱਲੀ ਕਤਲੇਆਮ ਦਾ ਵੀ। ਸੋ ਉਹ ਸਾਡਾ ਪੈਂਡਿੰਗ ਹੈ। ਤੀਜਾ, ਮੈਨੂੰ ਇੱਕ ਕਹਿਣ 'ਚ ਕੋਈ ਹੁਣ ਝਿਜਕ ਨਹੀਂ ਕਿ ਸਿੱਖ ਲੀਡਰਸ਼ਿਪ ਜਦੋਂ ਇਹੋ ਜਿਹੀ ਘਟਨਾ ਹੋਵੇ, ਚੰਗੇ ਲੋਕਾਂ ਦੀ ਸਲਾਹ ਲਵੇ ਜੀ ਔਰ ਉਹ ਆਪਣਾ ਫਿਊਚਰ ਖੁਦ ਦੇਖੇ ਵੀ ਇਹ ਕਿਤੇ ਕੀ ਹੋ ਰਿਹਾ। ਜੀ ਇਹ ਨਾ ਹੋਵੇ ਵੀ ਸਾਡੇ ਗਲਤ ਐਕਸ਼ਨ ਨਾਲ ਸਾਡਾ ਹੀ ਨੁਕਸਾਨ ਹੋ ਜਾਵੇ। ਜੀ ਸੋ ਸਾਨੂੰ ਵੀ ਹਮੇਸ਼ਾ ਇਹਨਾਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਜੀ ਔਰ ਆਪਣੀ ਪਾਲਿਸੀ ਬਣਾਉਣ ਵਕਤ ਦੇਖਣ ਕਿ ਕਿਧਰੇ ਨੁਕਸਾਨ ਸਾਡਾ ਤਾਂ ਨਹੀਂ। ਸਾਨੂੰ ਹਮੇਸ਼ਾ ਲੋੜ ਹੁੰਦੀ ਹੈ ਕਿ ਅਸੀਂ ਆਪਣੇ ਜਿਹੜੇ ਬੈਨੀਫਿਟ ਹਨ ਕੌਮ ਦੇ, ਉਹ ਕਿਵੇਂ ਲਈਏ ਔਰ ਕਰੀਏ, ਔਰ ਇਹ ਨਾ ਹੋਵੇ ਕਿ ਨੁਕਸਾਨ ਆਪਣਾ ਕਰਾ ਬੈਠੇ। ਅਸੀਂ ਧੰਨਵਾਦੀ ਹਾਂ ਸਰਦਾਰ ਲੋਚਨ ਸਿੰਘ ਹੋਰਾਂ ਦੇ, ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਨਾਲ ਜੋ ਸਾਕਾ ਨੀਲਾ ਤਾਰਾ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ, ਕਿਵੇਂ ਕਿਵੇਂ ਘਟਨਾਵਾਂ ਵਾਪਰੀਆਂ, ਉਹਨਾਂ ਬਾਰੇ ਜੋ ਰਾਜਨੀਤਿਕ ਸਟੰਟ ਸਨ ਉਹਨਾਂ ਬਾਰੇ ਗੱਲਾਂ ਕੀਤੀਆਂ। ਅਸੀਂ ਧੰਨਵਾਦੀ ਹਾਂ। ਇਹ ਬਹੁਤ ਵੱਡੇ ਅਹੁਦਿਆਂ 'ਤੇ ਵੀ ਰਹੇ ਹਨ, ਸਿੱਖਾਂ ਦੇ ਇਹ ਮਸਲਿਆਂ ਦੀ ਆਵਾਜ਼ ਵੀ ਪਾਰਲੀਮੈਂਟ ਦੇ ਚੱਕਦੇ ਰਹੇ ਹਨ। ਜੇਕਰ ਤੁਹਾਨੂੰ ਦੱਸੀਏ, ਆਨੰਦ ਮੈਰਿਜ ਐਕਟ ਦੀ ਸਭ ਤੋਂ ਪਹਿਲਾਂ ਜਿਹੜੀ ਗੱਲ ਚੱਕੀ ਸੀ ਤੇ ਉਹ ਸਰਦਾਰ ਤਰਲੋਚਨ ਸਿੰਘ ਹੋਰਾਂ ਨੇ ਚੱਕੀ ਸੀ ਅਤੇ ਉਹਨੂੰ ਪਾਸ ਕਰਾਉਣ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਸੀ। ਅਸੀਂ ਧੰਨਵਾਦੀ ਹਾਂ ਸਰਦਾਰ ਤਰਲੋਚਨ ਸਿੰਘ ਜੀ, ਤੁਸੀਂ ਬੜੇ ਸੋਹਣੇ ਤਰੀਕੇ ਨਾਲ ਆਪਣੇ ਵਿਚਾਰ ਰੱਖੇ। ਫਿਰ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ।
ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਚੜ੍ਹਦੀ ਕੀ ਕਲਾ ਫਤਿਹ। ਦਾ ਧੰਨਵਾਦ ਜੀ।